ਗੱਲ ਬਹੁਤ ਹੀ ਪੁਰਾਣੀ ਹੈ। ਜਦੋਂ ਇੱਕ ਪਿੰਡ ਵਿੱਚ ਇੱਕ ਸੇਠ ਰਹਿੰਦਾ ਸੀ। ਉਹਦਾ ਇੱਕ ਬੇਟਾ ਸੀ ਜੋ ਵਪਾਰ ਵਾਸਤੇ ਪਰਦੇਸ ਗਿਆ ਹੋਇਆ ਸੀ। ਸੇਠ ਦੀ ਬਹੂ ਇੱਕ ਦਿਨ ਕੂਵੇਂ 'ਚ ਪਾਣੀ ਭਰਨ ਵਾਸਤੇ ਗਈ। ਘੜਾ ਜਦੋਂ ਭਰ ਗਿਆ ਤਾਂ ਉਹਨੇ ਉਠਾ ਕੇ ਕੂਵੇਂ ਦੀ ਮੁੰਡੇਰ ਤੇ ਰੱਖਤਾ ਤੇ ਆਪਣੇ ਹੱਥ ਮੂੰਹ ਧੋਣ ਲੱਗੀ। ਅਚਾਨਕ 4 ਰਾਹਗੀਰ ਪਤਾ ਨਹੀਂ ਕਿਧਰੋਂ ਦੀ ਉੱਥੇ ਆ ਗਏ। ਇੱਕ ਰਾਹਗੀਰ ਨੇ ਕਿਹਾ, ਭੈਣ ਮੈਨੂੰ ਬਹੁਤ ਹੀ ਪਿਆਸ ਲੱਗੀ ਹੈ, ਪਾਣੀ ਪਿਲਾ ਦੇ। ਸੇਠ ਦੀ ਨੂੰਹ ਨੇ ਪਾਣੀ ਪਿਲਾਉਣ 'ਚ ਥੋੜੀ ਜਿਹੀ ਝਿਜਕ ਮਹਿਸੂਸ ਕੀਤੀ, ਕਿਉਂਕਿ ਉਸ ਵਕਤ ਉਹਦੇ ਕੱਪੜੇ ਚੱਜ ਦੇ ਨਹੀਂ ਸੀ, ਨਾਲੇ ਉਹਦੇ ਕੋਲ ਕੋਈ ਲੋਟਾ ਜਾਂ ਕੋਈ ਗਿਲਾਸ ਵੀ ਨਹੀਂ ਸੀ ਜਿਹਦੇ 'ਚ ਉਹ ਪਾਣੀ ਪਿਲਾ ਸਕੇ। ਇਸ ਕਾਰਨ ਤੋਂ ਉਹਨੇ ਰਾਹਗੀਰਾਂ ਨੂੰ ਉੱਥੇ ਪਾਣੀ ਪਿਲਾਣਾ ਠੀਕ ਨਹੀਂ ਸਮਝਿਆ। ਸੇਠ ਦੀ ਨੂੰਹ ਨੇ ਪੁੱਛਿਆ, ਤੁਸੀਂ ਕੌਣ ਹੋ? ਇੱਕ ਰਾਹਗੀਰ ਅੱਗੇ ਵਧਿਆ ਤੇ ਕਹਿਣ ਲੱਗਿਆ, ਮੈਂ ਤਾਂ ਇੱਕ ਯਾਤਰੀ ਹਾਂ। ਨੂੰਹ ਬੋਲੀ, ਯਾਤਰੀ ਤਾਂ ਸੰਸਾਰ ਵਿੱਚ ਸਿਰਫ 2 ਨੇ, ਤੁਸੀਂ ਉਹਨਾਂ 'ਚੋਂ ਕੌਣ ਹੋ? ਅਗਰ ਤੁਸੀਂ ਮੇਰੇ ਸਵਾਲ ਦਾ ਠੀਕ ਜਵਾਬ ਦੇਤਾ ਤਾਂ ਮੈਂ ਤੁਹਾਨੂੰ ਪਾਣੀ ਪਿਲਾਵਾਂਗੀ, ਨਹੀਂ ਤਾਂ ਨਹੀਂ ਪਿਲਾਵਾਂਗੀ। ਉਹ ਵਿਚਾਰਾ ਮੁਸਾਫਿਰ ਉਹਦੀ ਗੱਲ ਦਾ ਕੋਈ ਜਵਾਬ ਨਾ ਦੇ ਪਾਇਆ। ਤਦੇ ਦੂਜੇ ਰਾਹਗੀਰ ਨੇ ਪਾਣੀ ਪਿਲਾਣੇ ਲਈ ਬੇਨਤੀ ਕੀਤੀ। ਨੂੰਹ ਨੇ ਦੂਜੇ ਰਾਹਗੀਰ ਤੋਂ ਪੁੱਛਿਆ, ਅੱਛਾ ਤੁਸੀਂ ਦੱਸੋ ਕਿ ਤੁਸੀਂ ਕੌਣ ਹੋ? ਦੂਜਾ ਰਾਹਗੀਰ ਇੱਕਦਮ ਬੋਲਿਆ, ਮੈਂ ਤਾਂ ਇੱਕ ਗਰੀਬ ਆਦਮੀ ਹਾਂ। ਸੇਠ ਦੀ ਨੂੰਹ ਬੋਲੀ, ਭਾਈ ਗਰੀਬ ਤਾਂ ਇਸ ਦੁਨੀਆ 'ਚ ਸਿਰਫ 2 ਨੇ, ਤੂੰ ਉਹਨਾਂ 'ਚੋਂ ਕੌਣ ਹੈ? ਇਹ ਸਵਾਲ ਸੁਣ ਕੇ ਦੂਜਾ ਰਾਹਗੀਰ ਚਕਰਾ ਗਿਆ। ਉਹਨੂੰ ਵੀ ਕੋਈ ਜਵਾਬ ਨਹੀਂ ਸੁਝਿਆ ਤੇ ਉਹ ਪਾਸੇ ਹਟ ਗਿਆ। ਤੀਜਾ ਰਾਹਗੀਰ ਕਹਿਣ ਲੱਗਾ, ਭੈਣ ਮੈਨੂੰ ਬਹੁਤ ਹੀ ਪਿਆਸ ਲੱਗੀ ਹੈ, ਰੱਬ ਦੇ ਵਾਸਤੇ ਪਾਣੀ ਪਿਲਾ ਦੇ। ਨੂੰਹ ਨੇ ਪੁੱਛਿਆ, ਤੁਸੀਂ ਕੌਣ ਹੋ? ਤੀਜਾ ਰਾਹਗੀਰ ਕਹਿਣ ਲੱਗਾ, ਮੈਂ ਤਾਂ ਇੱਕ ਮਹਿਮਾਨ ਵਾਂ। ਇਹ ਸੁਣ ਕੇ ਸੇਠ ਦੀ ਨੂੰਹ ਕਹਿਣ ਲੱਗੀ, ਭਾਈ ਮਹਿਮਾਨ ਤਾਂ ਇਸ ਦੁਨੀਆ 'ਚ ਸਿਰਫ 2 ਨੇ, ਤੂੰ ਉਹਨਾਂ 'ਚੋਂ ਕੌਣ ਹੈ? ਬੇਚਾਰਾ ਤੀਜਾ ਰਾਹਗੀਰ ਵੀ ਕੁਝ ਨਹੀਂ ਬੋਲ ਪਾਇਆ। ਆਖਰ 'ਚ ਚੌਥਾ ਰਾਹਗੀਰ ਅੱਗੇ ਆਇਆ ਤੇ ਬੋਲਿਆ, ਭੈਣ ਮਿਹਰਬਾਨੀ ਕਰਕੇ ਪਾਣੀ ਪਿਲਾ ਦੇ, ਪਿਆਸੇ ਨੂੰ ਪਾਣੀ ਪਿਲਾਣਾ ਬੜੇ ਹੀ ਪੁੰਨ ਦਾ ਕੰਮ ਹੁੰਦਾ ਹੈ। ਸੇਠ ਦੀ ਨੂੰਹ ਬੜੀ ਹੀ ਅਕਲਮੰਦ ਤੇ ਹੋਸ਼ਿਆਰ ਸੀ। ਉਹਨੇ ਰਾਹਗੀਰ ਤੋਂ ਪੁੱਛਿਆ, ਤੁਸੀਂ ਕੌਣ ਹੋ? ਉਹ ਰਾਹਗੀਰ ਆਪਣੀ ਖੀਜ ਲੁਕਾਉਂਦੇ ਹੋਏ ਕਹਿਣ ਲੱਗਿਆ, ਭੈਣ ਮੈਂ ਤਾਂ ਮੂਰਖ ਹਾਂ। ਨੂੰਹ ਨੇ ਕਿਹਾ, ਮੂਰਖ ਤਾਂ ਸੰਸਾਰ ਵਿੱਚ ਸਿਰਫ 2 ਨੇ, ਤੂੰ ਉਹਨਾਂ 'ਚੋਂ ਕੌਣ ਹੈ? ਉਹ ਬੇਚਾਰਾ ਵੀ ਇਸ ਸਵਾਲ ਦਾ ਕੋਈ ਜਵਾਬ ਨਹੀਂ ਦੇ ਸਕਿਆ। ਚਾਰੋਂ ਪਾਣੀ ਪੀਤੇ ਬਿਨਾਂ ਹੀ ਉਧਰੋਂ ਦੀ ਜਾਣ ਲੱਗੇ ਤੇ ਸੇਠ ਦੀ ਨੂੰਹ ਬੋਲੀ, ਥੋੜੀ ਹੀ ਦੂਰ ਮੇਰਾ ਘਰ ਹੈ, ਤੁਸੀਂ ਸਾਰੇ ਕਿਰਪਾ ਕਰਕੇ ਉੱਥੇ ਚੱਲ ਪਓ, ਮੈਂ ਪਾਣੀ ਪਿਲਾ ਦਾਂਗੀ। ਚਾਰੋਂ ਰਾਹਗੀਰ ਉਹਦੇ ਘਰ ਦੀ ਤਰਫ ਚੱਲ ਪਏ। ਸੇਠ ਦੀ ਨੂੰਹ ਛੋਟੇ ਰਸਤੇ ਤੋਂ ਉਹਨਾਂ ਤੋਂ ਪਹਿਲੇ ਹੀ ਆਪਣੇ ਘਰ ਪਹੁੰਚ ਗਈ ਤੇ ਉਹਨੇ ਆਪਣੇ ਕੱਪੜੇ ਠੀਕ ਕੀਤੇ। ਜਦੋਂ ਚਾਰੋਂ ਮੁਸਾਫਿਰ ਉਹਦੇ ਘਰ ਪਹੁੰਚੇ ਤਾਂ ਉਹਨੇ ਸਾਰਿਆਂ ਨੂੰ ਗੁੜ ਦਿੱਤਾ ਤੇ ਪਾਣੀ ਪਿਲਾਇਆ। ਪਾਣੀ ਪੀਣ ਤੋਂ ਬਾਅਦ ਸਾਰੇ ਆਪਣੀ ਆਪਣੀ ਰਾਹ ਚਲੇ ਗਏ। ਸੇਠ ਉਸ ਵਕਤ ਘਰ 'ਚ ਇੱਕ ਤਰਫ ਬੈਠਾ ਹੋਇਆ ਇਹ ਸਭ ਕੁਝ ਦੇਖ ਰਿਹਾ ਸੀ। ਉਹਨੂੰ ਬੜਾ ਹੀ ਦੁੱਖ ਹੋਇਆ। ਸੋਚਣ ਲੱਗਿਆ, ਇਹਦਾ ਘਰ ਵਾਲਾ ਵਪਾਰ ਲਈ ਪਰਦੇਸ ਗਿਆ ਹੋਇਆ ਹੈ, ਹੋਰ ਇਹ ਉਹਦੀ ਗੈਰ ਹਾਜ਼ਰੀ 'ਚ ਪਰਾਏ ਮਰਦਾਂ ਨੂੰ ਘਰ ਬੁਲਾ ਰਹੀ ਹੈ, ਉਹਨਾਂ ਨਾਲ ਹੱਸ ਬੋਲ ਰਹੀ ਹੈ, ਇਹਨੂੰ ਮੇਰਾ ਵੀ ਕੋਈ ਲਿਹਾਜ਼ ਨਹੀਂ। ਅਗਰ ਇਹ ਸਭ ਦੇਖ ਕੇ ਮੈਂ ਚੁੱਪ ਰਹਿ ਗਿਆ ਤਾਂ ਅੱਗੇ ਵਾਸਤੇ ਵੀ ਇਹਦੀ ਹਿੰਮਤ ਹੋਰ ਵੱਧ ਜਾਏਗੀ। ਮੇਰੇ ਸਾਹਮਣੇ ਕਿਸੇ ਬੇਗਾਨੇ ਨਾਲ ਗੱਲਾਂ ਕਰਦੀ ਪਈ ਹੈ, ਇਹਨੂੰ ਸ਼ਰਮ ਨਹੀਂ ਆਂਦੀ ਤੇ ਮੇਰੇ ਪਿੱਛੋਂ ਪਤਾ ਨਹੀਂ ਕੀ ਕਰਦੀ ਹੋਵੇਗੀ। ਫਿਰ ਇੱਕ ਗੱਲ ਹੋਰ ਹੈ ਕਿ ਬਿਮਾਰੀ ਆਪਣੇ ਆਪ ਤਾਂ ਠੀਕ ਨਹੀਂ ਹੁੰਦੀ, ਉਹਦੇ ਇਲਾਜ ਲਈ ਵੈਦ ਕੋਲ ਜਾਣਾ ਪੈਂਦਾ ਹੈ, ਤੇ ਕਿਉਂ ਨਾ ਇਹਦਾ ਫੈਸਲਾ ਮੈਂ ਰਾਜਾ ਤੇ ਛੱਡ ਦਾਂ। ਇਹੀ ਸੋਚ ਕੇ ਉਹ ਸਿੱਧਾ ਰਾਜਾ ਕੋਲ ਜਾ ਪਹੁੰਚਿਆ ਤੇ ਆਪਣੀ ਸਾਰੀ ਪਰੇਸ਼ਾਨੀ ਰਾਜਾ ਨੂੰ ਦੱਸਦੀ। ਸੇਠ ਦੀ ਸਾਰੀ ਗੱਲਾਂ ਸੁਣ ਕੇ ਰਾਜਾ ਨੇ ਉਸੇ ਵਕਤ ਸੇਠ ਦੀ ਨੂੰਹ ਬੁਲਾਉਣ ਲਈ ਸਿਪਾਹੀ ਭੇਜਤੇ। ਉਹਨੇ ਕਿਹਾ, ਫੌਰਨ ਜਾ ਕੇ ਸੇਠ ਦੀ ਬਹੂ ਨੂੰ ਰਾਜ ਸਭਾ ਵਿੱਚ ਲੈ ਕੇ ਆਓ। ਰਾਜਾ ਦੇ ਸਿਪਾਹੀਆਂ ਨੂੰ ਆਪਣੇ ਘਰ 'ਚ ਆਇਆ ਦੇਖ ਕੇ ਸੇਠ ਦੀ ਘਰਵਾਲੀ ਨੇ ਆਪਣੀ ਨੂੰਹ ਨੂੰ ਪੁੱਛਿਆ, ਕੀ ਗੱਲ ਬਹੂ ਰਾਣੀ, ਤੇਰੀ ਕਿਸੇ ਨਾਲ ਕੋਈ ਕਹਾ ਸੁਣੀ ਹੋ ਗਈ ਹੈ ਜੋ ਉਹਦੀ ਸ਼ਿਕਾਇਤ ਤੇ ਰਾਜਾ ਨੇ ਤੈਨੂੰ ਬੁਲਾਉਣ ਵਾਸਤੇ ਸਿਪਾਹੀ ਭੇਜਦੇ ਨੇ? ਨੂੰਹ ਨੇ ਆਪਣੀ ਸੱਸ ਦੀ ਚਿੰਤਾ ਨੂੰ ਦੂਰ ਕਰਦੇ ਹੋਏ ਕਿਹਾ, ਨਹੀਂ ਸਾਸੂ ਮਾਂ, ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ, ਤੁਸੀਂ ਮੇਰੀ ਜਰਾ ਵੀ ਫਿਕਰ ਨਾ ਕਰੋ। ਸੱਸ ਨੂੰ ਸਮਝਾਉਣ ਤੋਂ ਬਾਅਦ ਉਹ ਸਿਪਾਹੀਆਂ ਨੂੰ ਕਹਿਣ ਲੱਗੀ, ਤੁਸੀਂ ਪਹਿਲੇ ਜਾ ਕੇ ਆਪਣੇ ਰਾਜਾ ਤੋਂ ਪੁੱਛ ਕੇ ਆਓ ਕਿ ਉਹਨੇ ਮੈਨੂੰ ਕਿਸ ਰੂਪ 'ਚ ਬੁਲਾਇਆ ਹੈ, ਭੈਣ ਦੇ, ਬੇਟੀ ਜਾਂ ਫਿਰ ਬਹੂ ਦੇ ਰੂਪ 'ਚ, ਕਿਸ ਰੂਪ 'ਚ ਮੈਂ ਉਹਦੀ ਰਾਜ ਸਭਾ ਵਿੱਚ ਆਵਾਂ। ਨੂੰਹ ਦੀ ਗੱਲ ਸੁਣ ਕੇ ਸਿਪਾਹੀ ਵਾਪਿਸ ਚਲੇ ਗਏ। ਉਹਨਾਂ ਨੇ ਰਾਜਾ ਨੂੰ ਸਾਰੀ ਗੱਲ ਦੱਸੀ। ਰਾਜਾ ਨੇ ਤੁਰੰਤ ਆਦੇਸ਼ ਦਿੱਤਾ ਕਿ ਪਾਲਕੀ ਲੈ ਕੇ ਜਾਓ
ਤੇ ਕਹਿਣਾ ਮੈਂ ਉਹਨੂੰ ਆਪਣੀ ਨੂੰਹ ਦੇ ਰੂਪ 'ਚ ਸੱਦਿਆ ਹੈ। ਸਿਪਾਹੀਆਂ ਨੇ ਰਾਜਾ ਦੇ ਹੁਕਮ ਦੇ ਅਨੁਸਾਰ ਜਾ ਕੇ ਸਾਰੀ ਗੱਲ ਦੱਸਤੀ। ਸੇਠ ਦੀ ਨੂੰਹ ਉਸੇ ਵਕਤ ਪਾਲਕੀ 'ਚ ਬਹਿ ਕੇ ਰਾਜ ਸਭਾ 'ਚ ਪਹੁੰਚ ਗਈ। ਰਾਜਾ ਨੇ ਸੇਠ ਦੀ ਨੂੰਹ ਨੂੰ ਪੁੱਛਿਆ, ਤੂੰ ਗੈਰ ਮਰਦਾਂ ਨੂੰ ਘਰ 'ਚ ਕਿਉਂ ਬੁਲਾਉਂਦੀ ਹੈ ਜਦਕਿ ਤੇਰਾ ਘਰ ਵਾਲਾ ਘਰ 'ਚ ਨਹੀਂ ਹੈ? ਨੂੰਹ ਕਹਿਣ ਲੱਗੀ, ਮਹਾਰਾਜ ਮੈਂ ਤਾਂ ਸਿਰਫ ਆਪਣਾ ਫਰਜ਼ ਪੂਰਾ ਕੀਤਾ ਹੈ। ਪਿਆਸੇ ਮੁਸਾਫਿਰਾਂ ਨੂੰ ਪਾਣੀ ਪਿਲਾਣਾ ਕੋਈ ਜੁਰਮ ਤਾਂ ਨਹੀਂ ਹੈ, ਇਹ ਤਾਂ ਹਰ ਕਿਸੇ ਦਾ ਫਰਜ਼ ਹੈ। ਜਦ ਮੈਂ ਕੂਏ ਤੇ ਪਾਣੀ ਭਰਨ ਗਈ ਸੀ ਤਾਂ ਮੇਰੇ ਕੱਪੜੇ ਅਣਜਾਣ ਲੋਕਾਂ ਦੇ ਸਾਹਮਣੇ ਜਾਣ ਲਈ ਠੀਕ ਨਹੀਂ ਸੀ। ਇਸੇ ਕਾਰਨ ਤੋਂ ਮੈਂ ਉਹ ਮੁਸਾਫਿਰਾਂ ਨੂੰ ਕੂਏ ਤੇ ਪਾਣੀ ਨਹੀਂ ਪਿਲਾਇਆ। ਉਹਨਾਂ ਨੂੰ ਬੜੀ ਪਿਆਸ ਲੱਗੀ ਸੀ ਤੇ ਮੈਂ ਵੀ ਉਹਨਾਂ ਨੂੰ ਪਾਣੀ ਪਿਲਾਣਾ ਚਾਹੁੰਦੀ ਸੀ। ਐਸੇ ਲਈ ਮੈਂ ਉਹਨਾਂ ਤੋਂ ਬੜੇ ਹੀ ਔਖੇ ਸਵਾਲ ਪੁੱਛੇ। ਜਦੋਂ ਉਹ ਸਵਾਲਾਂ ਦੇ ਜਵਾਬ ਨਹੀਂ ਦੇ ਪਾਏ ਤਾਂ ਮੈਂ ਉਹਨਾਂ ਨੂੰ ਆਪਣੇ ਘਰ ਬੁਲਾ ਲਿਆ। ਘਰ ਪਹੁੰਚ ਕੇ ਹੀ ਪਾਣੀ ਪਿਲਾਣਾ ਮੈਂ ਠੀਕ ਸਮਝਿਆ। ਰਾਜਾ ਨੂੰ ਵੀ ਉਹਦੀ ਗੱਲ ਠੀਕ ਲੱਗੀ। ਹੁਣ ਤੇ ਰਾਜਾ ਨੂੰ ਉਹ ਸਵਾਲ ਜਾਣਨ ਦੀ ਬੜੀ ਹੀ ਬੇਚੈਨੀ ਸੀ ਜੋ ਸੇਠ ਦੀ ਨੂੰਹ ਨੇ ਉਹ 4 ਮੁਸਾਫਿਰਾਂ ਤੋਂ ਪੁੱਛੇ ਸੀ। ਰਾਜਾ ਨੇ ਉਸ ਨੂੰ ਕਿਹਾ, ਭਲਾ ਮੈਂ ਵੀ ਤੇ ਸੁਣਾ ਉਹ ਕਿਹੜੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਉਹ 4 ਲੋਕ ਨਹੀਂ ਦੇ ਪਾਏ। ਸੇਠ ਦੀ ਨੂੰਹ ਨੇ ਉਹ ਚਾਰੋਂ ਸਵਾਲ ਰਾਜਾ ਦੇ ਸਾਹਮਣੇ ਦੁਹਰਾਤੇ। ਨੂੰਹ ਦੇ ਸਵਾਲ ਸੁਣ ਕੇ ਸਾਰੇ ਦਰਬਾਰੀ ਹੈਰਾਨ ਰਹਿ ਗਏ। ਫਿਰ ਰਾਜਾ ਨੇ ਉਸ ਨੂੰ ਕਿਹਾ, ਤੂੰ ਖੁਦ ਹੀ ਇਨ ਸਵਾਲਾਂ ਦੇ ਜਵਾਬ ਦੇ, ਮੈਂ ਹੁਣ ਤੇਰੇ ਮੂੰਹ ਤੋਂ ਹੀ ਸਾਰਾ ਕੁਝ ਜਾਣਨਾ ਚਾਹੁੰਦਾ ਵਾਂ। ਨੂੰਹ ਨੇ ਕਿਹਾ, ਮਹਾਰਾਜ ਮੈਂ ਪਹਿਲੇ ਮੁਸਾਫਿਰ ਤੋਂ ਕਿਹਾ ਸੀ ਕਿ ਇਸ ਸੰਸਾਰ ਵਿੱਚ ਸਿਰਫ 2 ਹੀ ਯਾਤਰੀ ਨੇ, ਤੂੰ ਉਹਨਾਂ ਵਿੱਚੋਂ ਕਿਹੜਾ ਹੈ? ਉਹਦਾ ਜਵਾਬ ਇਹ ਵੇ ਕਿ ਉਹ 2 ਯਾਤਰੀ ਨੇ, ਸੂਰਜ ਤੇ ਚੰਦਰਮਾ, ਕਿਉਂਕਿ ਇਹਨਾਂ ਦੀ ਯਾਤਰਾ ਕਦੇ ਸਮਾਪਤ ਨਹੀਂ ਹੁੰਦੀ। ਮੈਂ ਦੂਸਰੇ ਮੁਸਾਫਿਰ ਨੂੰ ਕਿਹਾ ਸੀ ਕਿ ਇਸ ਦੁਨੀਆ ਵਿੱਚ ਸਿਰਫ 2 ਹੀ ਗਰੀਬ ਨੇ, ਇਹਦਾ ਜਵਾਬ ਹੈ ਕਿ ਉਹ 2 ਗਰੀਬ ਨੇ, ਕਿਸੇ ਦੀ ਧੀ ਤੇ ਗਾਂ, ਕਿਉਂਕਿ ਇਹ ਦੋਨਾਂ ਨੂੰ ਜਿਸ ਤਰਫ ਕਹਿ ਦੋ ਉਸੇ ਤਰਫ ਚੱਲ ਪੈਂਦੀਆਂ ਨੇ, ਇਹਨਾਂ ਦਾ ਕਿਸੇ ਤੇ ਕੋਈ ਜ਼ੋਰ ਨਹੀਂ ਚੱਲਦਾ। ਮੈਂ ਤੀਸਰੇ ਮੁਸਾਫਿਰ ਨੂੰ ਕਿਹਾ ਸੀ ਕਿ ਇਸ ਦੁਨੀਆ ਵਿੱਚ ਮਹਿਮਾਨ ਤਾਂ ਸਿਰਫ 2 ਨੇ, ਹੁਸਨ ਤੇ ਜਵਾਨੀ, ਕਿਉਂਕਿ ਇਹ ਦੋਨੋਂ ਹੀ ਮਹਿਮਾਨ ਦੀ ਤਰ੍ਹਾਂ ਆਉਂਦੇ ਨੇ ਤੇ ਚਲੇ ਜਾਂਦੇ ਨੇ। ਚੌਥੇ ਮੁਸਾਫਿਰ ਨੇ ਕਿਹਾ ਸੀ ਕਿ ਉਹ ਮੂਰਖ ਹੈ ਤੇ ਮੈਂ ਉਸ ਨੂੰ ਪੁੱਛਿਆ ਕਿ ਇਸ ਦੁਨੀਆ ਵਿੱਚ ਤੇ ਸਿਰਫ 2 ਹੀ ਮੂਰਖ ਨੇ, ਤੂੰ ਉਹਨਾਂ ਵਿੱਚੋਂ ਕੌਣ ਹੈ? ਉਹ ਜਵਾਬ ਨਹੀਂ ਦੇ ਪਾਇਆ। ਐਨਾ ਕਹਿ ਕੇ ਸੇਠ ਦੀ ਨੂੰਹ ਚੁੱਪ ਹੋ ਗਈ। ਰਾਜਾ ਨੇ ਹੈਰਾਨੀ ਨਾਲ ਪੁੱਛਿਆ ਕਿ ਤੇਰੀ ਨਜ਼ਰ 'ਚ ਸੰਸਾਰ ਵਿੱਚ ਸਿਰਫ 2 ਹੀ ਮੂਰਖ ਨੇ? ਹਾਂ ਮਹਾਰਾਜ, ਇਸ ਘੜੀ ਇਸ ਵਕਤ ਮੇਰੀ ਨਜ਼ਰ 'ਚ ਸਿਰਫ 2 ਹੀ ਮੂਰਖ ਨੇ। ਰਾਜਾ ਨੇ ਕਿਹਾ, ਫੌਰਨ ਦੱਸ ਕਿ ਉਹ 2 ਮੂਰਖ ਕੌਣ ਹੈ? ਸੇਠ ਦੀ ਨੂੰਹ ਕਹਿਣ ਲੱਗੀ, ਮਹਾਰਾਜ ਅਗਰ ਮੇਰੀ ਜਾਨ ਦੀ ਸਲਾਮਤੀ ਦਾ ਵਾਅਦਾ ਕਰੋ ਤਾਂ ਮੈਂ ਦੱਸਾਂਗੀ। ਰਾਜਾ ਨੂੰ ਬੜੀ ਹੀ ਬੇਚੈਨੀ ਸੀ ਇਹ ਜਾਣਨ ਦੀ ਕਿ ਉਹ 2 ਮੂਰਖ ਕੌਣ ਨੇ, ਸੋ ਉਸਨੇ ਵਾਅਦਾ ਕਰਤਾ ਤੇ ਕਹਿਣ ਲੱਗਾ, ਤੂੰ ਬੇਫਿਕਰ ਹੋ ਕੇ ਦੱਸ, ਮੈਂ ਵਾਅਦਾ ਕਰਦਾ ਵਾਂ ਕਿ ਤੈਨੂੰ ਕੋਈ ਸਜ਼ਾ ਨਹੀਂ ਹੋਏਗੀ। ਨੂੰਹ ਕਹਿਣ ਲੱਗੀ, ਮਹਾਰਾਜ ਮੇਰੇ ਸਾਹਮਣੇ ਇਸ ਵਕਤ ਸਿਰਫ 2 ਹੀ ਮੂਰਖ ਨੇ। ਫਿਰ ਆਪਣੇ ਸੋਹਰੇ ਦੀ ਤਰਫ ਹੱਥ ਜੋੜ ਕੇ ਕਹਿਣ ਲੱਗੀ, ਪਹਿਲੇ ਮੂਰਖ ਨੇ ਮੇਰੇ ਸਸੁਰ ਜੀ, ਜੋ ਬਿਨਾਂ ਪੂਰੀ ਗੱਲ ਜਾਣੇ ਆਪਣੀ ਨੂੰਹ ਦੀ ਸ਼ਿਕਾਇਤ ਲੈ ਕੇ ਰਾਜਾ ਦੇ ਦਰਬਾਰ 'ਚ ਆ ਗਏ। ਅਗਰ ਇਹਨਾਂ ਨੂੰ ਕੋਈ ਸ਼ੱਕ ਸੀ ਤਾਂ ਪਹਿਲੇ ਮੇਰੇ ਤੋਂ ਪੁੱਛ ਲੈਂਦੇ, ਮੈਂ ਖੁਦ ਹੀ ਇਹਨਾਂ ਨੂੰ ਸਾਰੀ ਗੱਲ ਦੱਸ ਦਿੰਦੀ। ਇਸ ਤਰ੍ਹਾਂ ਘਰ ਪਰਿਵਾਰ ਦੀ ਬੇਇੱਜ਼ਤੀ ਤੇ ਨਾ ਹੁੰਦੀ। ਹੁਣ ਸਸੁਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨੇ ਆਪਣੀ ਨੂੰਹ ਤੋਂ ਮਾਫੀ ਮੰਗ ਲਈ। ਰਾਜਾ ਨੇ ਪੁੱਛਿਆ, ਤੇ ਦੂਸਰਾ ਮੂਰਖ ਕੌਣ ਹੈ? ਨੂੰਹ ਕਹਿਣ ਲੱਗੀ, ਦੂਸਰਾ ਮੂਰਖ ਖੁਦ ਇਸ ਰਾਜ ਦਾ ਰਾਜਾ ਹੈ, ਜਿਸ ਨੇ ਮੈਨੂੰ ਆਪਣੀ ਬਹੂ ਮੰਨਿਆ ਪਰ ਬਹੂ ਦੀ ਮਾਨ ਮਰਿਆਦਾ ਦਾ ਕੋਈ ਖਿਆਲ ਨਹੀਂ ਰੱਖਿਆ। ਸੋਚੇ ਸਮਝੇ ਬਿਨਾਂ ਹੀ ਮੈਨੂੰ ਆਪਣੀ ਰਾਜ ਸਭਾ ਵਿੱਚ ਬੁਲਾ ਲਿਆ। ਨੂੰਹ ਦੀ ਗੱਲ ਸੁਣ ਕੇ ਪਹਿਲਾਂ ਤਾਂ ਰਾਜਾ ਅੱਗ ਬਬੂਲਾ ਹੋ ਗਿਆ, ਫਿਰ ਉਸਨੇ ਠੰਡੇ ਦਿਮਾਗ ਨਾਲ ਸੋਚਿਆ ਤਾਂ ਸਾਰੀ ਗੱਲ ਉਹਨੂੰ ਸਮਝ ਆ ਗਈ। ਜਦੋਂ ਉਹਨੂੰ ਸਮਝ ਆ ਗਈ ਤਾਂ ਰਾਜਾ ਨੇ ਸੇਠ ਦੀ ਨੂੰਹ ਦੀ ਸਮਝਦਾਰੀ ਤੇ ਅਕਲਮੰਦੀ ਦੀ ਬੜੀ ਹੀ ਤਾਰੀਫ ਕੀਤੀ ਤੇ ਉਹਨੂੰ ਢੇਰੋਂ ਇਨਾਮ ਤਾਂ ਪੁਰਸਕਾਰ ਦੇ ਕੇ ਬੜੀ ਹੀ ਇੱਜ਼ਤ ਨਾਲ ਵਿਦਾ ਕੀਤਾ। ਤੇ ਦੋਸਤੋ, ਇਸੇ ਤਰ੍ਹਾਂ ਦੀਆਂ ਕਹਾਣੀਆਂ ਦੇਖਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਤਾਂ ਮਿਲਦੇ ਹਾਂ ਕਿਸੇ ਅਗਲੀ ਕਹਾਣੀ 'ਚ, ਤਾਂ ਤੱਕ ਰੱਬ ਰਾਖਾ।